ਅੱਜ ਦੀ ਕਹਾਣੀ ਨੂੰਹ ਪੁੱਤ। ਗੁਰੀ ਛੱਤ ਤੇ ਖੜਾ ਆਪਣੀ ਗੁਆਂਢਣ ਦੋਸਤ ਪ੍ਰੀਤੀ ਨਾਲ ਗੱਲਾਂ ਕਰ ਰਿਹਾ ਸੀ। ਉਸਦੀ ਮਾਂ ਨੇ ਉਸਨੂੰ ਹੇਠਾਂ ਤੋਂ ਬੁਲਾਇਆ, ਚਾਹ ਪੀ ਲੈ ਗੁਰੀ। ਗੁਰੀ ਤੋਂ ਕੋਈ ਜਵਾਬ ਨਹੀਂ ਆਇਆ। ਹੇਠਾਂ ਆਉਂਦੇ ਹੋਏ ਗੁਰੀ ਨੇ ਪੁੱਛਿਆ, ਮੇਰੀ ਚਾਹ ਕਿੱਥੇ ਹੈ ਮੰਮੀ? ਵੇਖ ਗੁਰੀ, ਹੁਣ ਤੂੰ ਜ਼ਿੰਮੇਵਾਰ ਬੈਂਕ ਅਫਸਰ ਹੈ, ਇੱਦਾਂ ਛੱਤ ਤੇ ਨਾ ਖੜਿਆ ਕਰੋ। ਮੰਮੀ, ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਕ ਦੂਜੇ ਨਾਲ ਇਕੱਠੇ ਪੜ੍ਹਦੇ ਆਏ ਹਾਂ। ਤੁਸੀਂ ਵਿਅਰਥ ਚਿੰਤਾ ਕਰਦੇ ਰਹਿੰਦੇ ਹੋ, ਅਸੀਂ ਸਿਰਫ ਗੱਲਾਂ ਕਰਦੇ ਹਾਂ। ਮੈਂ ਆਪਣੇ ਲਾਇਕ ਸੋਹਣੇ ਬੇਟੇ ਦਾ ਵਿਆਹ ਆਪਣੀ ਕਿਸੇ ਗੁਆਂਢਣ ਨਾਲ ਨਹੀਂ ਕਰਨਾ। ਮੈਂ ਹੋਰ ਨੇੜਤਾ ਬਰਦਾਸ਼ਤ ਨਹੀਂ ਕਰ ਸਕਦੀ। ਗੁਰੀ ਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਗੱਲ ਨਹੀਂ। ਬਚਪਨ ਵਿੱਚ ਦਿਨ ਰਾਤ ਇਕੱਠੇ ਖੇਡਣ ਵਾਲੇ ਬੱਚਿਆਂ ਨੂੰ ਵੱਖ ਕਰਨਾ ਔਖਾ ਹੈ। ਗੁਰੀ 3 ਭੈਣਾਂ ਦੇ ਬੱਚਿਆਂ ਵਿੱਚੋਂ ਇਕਲੌਤਾ ਸੀ। ਉਹ ਆਪਣੇ ਡੈਡੀ ਦੇ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ ਅਤੇ ਪਿਆਰ ਨਾਲ ਪਾਲਿਆ ਗਿਆ ਸੀ। ਅਸੀਂ ਸਾਰਿਆਂ ਨੇ ਉਸਦੇ ਵਿਆਹ ਨੂੰ ਲੈ ਕੇ ਵੱਡੇ ਸੁਪਨੇ ਲਏ ਸਨ, ਪਰ ਸਾਡੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਜਲਦੀ ਹੀ ਗੁਰੀ ਨੇ ਪ੍ਰੀਤੀ ਗੁਆਂਢਣ ਨਾਲ ਵਿਆਹ ਕਰਾਉਣ ਦੀ ਖਾਹਿਸ਼ ਆਖਰ ਜ਼ਾਹਿਰ ਕਰ ਹੀ ਦਿੱਤੀ। ਗੁਰੀ ਦੇ ਫੈਸਲੇ ਦਾ ਵਿਰੋਧ ਕਰਨ ਵਾਲੀ ਸਿਰਫ ਵਿਆਹੀ ਭੈਣ ਰਾਣੋ ਨੇ ਕੀਤਾ। ਗੁਰੀ ਨੇ ਘਰ ਛੱਡਣ ਦੀ ਧਮਕੀ ਵੀ ਦਿੱਤੀ। ਮੈਂ ਵਿਆਹ ਕਰਨਾ ਚਾਹੁੰਦਾ ਹਾਂ, ਮੈਂ ਆਪੇ ਕਰਵਾ ਲਵਾਂਗਾ। ਸਾਰੇ ਫੈਸਲੇ ਮੈਂ ਆਪ ਹੀ ਲਏ ਹਨ, ਸੋ ਵਿਆਹ ਵੀ ਕਰਾਂਗਾ। ਠੀਕ ਹੈ, ਮੈਂ ਕੋਰਟ ਮੈਰਿਜ ਕਰਾਂਗਾ। ਮੈਨੂੰ ਤੁਹਾਡੇ ਵਿਰੋਧ ਦਾ ਕਾਰਨ ਸਮਝ ਨਹੀਂ ਆਇਆ। ਸਾਡੀ ਜਾਤ ਇੱਕ ਹੈ, ਅਸੀਂ ਪੜ੍ਹੇ ਲਿਖੇ ਹਾਂ, ਅਮੀਰ ਪਰਿਵਾਰ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ ਪ੍ਰੀਤੀ ਪਸੰਦ ਹੈ, ਜਿਵੇਂ ਦੀ ਮੈਂ ਚਾਹੁੰਦਾ ਸੀ। ਤੈਨੂੰ ਉਹ ਪਸੰਦ ਹੈ ਵੀਰ, ਪਰ ਤੂੰ ਆਪਣੀ ਮਾਂ ਨਾਲ ਇਸ ਤਰ੍ਹਾਂ ਗੱਲ ਨਾ ਕਰ। ਤੂੰ ਚੁੱਪ ਕਰ, ਮਾਂ ਦੀ ਚਮਚੀ। 2 ਦਿਨਾਂ ਵਿੱਚ ਤੂੰ ਆਪਣੀ ਮਰਜ਼ੀ ਨਾਲ ਸੰਦੀਪ ਨਾਲ ਵਿਆਹ ਕੀਤਾ। ਕੀ ਮੈਂ ਵਿਰੋਧ ਕੀਤਾ ਸੀ? ਰਾਣੋ ਚੁੱਪ ਹੋ ਗਈ। ਉਸਨੇ ਵੀ ਲਵ ਮੈਰਿਜ ਕੀਤੀ ਸੀ। ਗੁਰੀ ਦੇ ਡੈਡੀ ਨੇ ਕਿਹਾ, ਹੁਣ ਕੋਈ ਇੱਕ ਸ਼ਬਦ ਨਹੀਂ ਕਹੇਗਾ, ਵਿਆਹ ਦੀ ਤਿਆਰੀ ਕਰੋ। ਇੰਨਾ ਕਹਿਣ ਦੀ ਦੇਰ ਸੀ ਕਿ ਸਭ ਨੇ ਵਿਆਹ ਤੱਕ ਚੁੱਪ ਧਾਰੀ ਰੱਖੀ। ਮੈਂ ਵੀ ਸ਼ਾਂਤ ਰਹੀ। ਵਿਆਹ ਵੇਲੇ 5 ਤੋਲੇ ਦਾ ਹਾਰ ਪ੍ਰੀਤੀ ਨੂੰ ਪਾਇਆ, ਪਰ ਪ੍ਰੀਤੀ ਦੇ ਮਾਤਾ ਪਿਤਾ ਨੇ ਹੋਰ ਕੋਈ ਦਾਜ ਦਹੇਜ ਨਾ ਦਿੱਤਾ। ਮੈਂ ਦੇਖ ਕੇ ਹੈਰਾਨ ਰਹਿ ਗਈ। ਹਾਲਾਂਕਿ ਬਰਾਤੀਆਂ ਦਾ ਸਵਾਗਤ ਬਹੁਤ ਵਧੀਆ ਸੀ। ਜਦੋਂ ਪ੍ਰੀਤੀ ਸਾਡੇ ਘਰ ਦੀ ਨੂੰਹ ਬਣ ਕੇ ਆਈ, ਰਿਸ਼ਤੇਦਾਰਾਂ ਲਈ ਵੀ ਤੋਹਫੇ ਬਹੁਤ ਘੱਟ ਲਿਆਈ। ਜਦੋਂ ਤੱਕ ਘਰ ਰਿਸ਼ਤੇਦਾਰਾਂ ਨਾਲ ਭਰਿਆ ਰਹਿੰਦਾ, ਮੈਂ ਉਸਨੂੰ ਆਰਾਮ ਕਰਨ ਦਿੰਦੀ। ਮੈਂ ਸਵੇਰੇ 8 ਵਜੇ ਉੱਠ ਕੇ ਚਾਹ ਪੀਂਦੀ ਹਾਂ, ਫਿਰ ਨਹਾ ਕੇ ਸਾਰੇ ਘਰ ਦੇ ਕੰਮ ਕਰਦੀ ਹਾਂ। ਪ੍ਰੀਤੀ ਦਾ ਘਰ ਨੇੜੇ ਹੋਣ ਕਾਰਨ ਉਸਨੂੰ ਆਪਣੇ ਮਾਪਿਆਂ ਤੋਂ ਦੂਰ ਰਹਿਣ ਦਾ ਅਹਿਸਾਸ ਹੀ ਨਹੀਂ। 11:15 ਵਜੇ ਉਹ ਆਪਣੇ ਕਮਰੇ ਵਿੱਚ ਜਾ ਕੇ ਘੰਟਿਆਂ ਬੱਧੀ ਸੌਂ ਜਾਂਦੀ ਸੀ। ਬਾਹਰ ਆ ਕੇ ਸਿਰਫ ਖਾਣਾ ਅਤੇ ਚਾਹ ਪੀ ਲੈਂਦੀ ਸੀ। ਸਵੇਰੇ ਸ਼ਾਮ ਉਸਦਾ ਭਤੀਜਾ ਤੇ ਭਤੀਜੀ ਘਰੋਂ ਆਏ ਵੰਨ-ਸਵੰਨੇ ਡੱਬੇ ਦੇ ਨਾਲ ਹਾਜ਼ਰ ਹੁੰਦੇ ਸਨ। ਪ੍ਰੀਤੀ ਤੇ ਗੁਰੀ ਨੈਨੀਤਾਲ ਘੁੰਮਣ ਜਾ ਰਹੇ ਸੀ। ਉਸਨੇ ਮੈਨੂੰ ਕਿਹਾ ਕਿ ਚਿੰਤਾ ਨਾ ਕਰੋ, ਮੇਰੇ ਮੰਮੀ ਨਾਲ ਵਾਸਤੇ ਖਾਣਾ ਬਣਾ ਰਹੇ ਨੇ। ਮੈਂ ਉਸ ਸਮੇਂ ਪ੍ਰੀਤੀ ਨੂੰ ਕੁਝ ਨਾ ਕਿਹਾ। ਕੁਝ ਦਿਨਾਂ ਬਾਅਦ ਦੋਵੇਂ ਵਾਪਸ ਆ ਗਏ। ਕਈ ਮਠਿਆਈਆਂ ਤੇ ਤੋਹਫੇ ਲੈ ਕੇ ਆਏ। ਮੈਂ ਕਿਹਾ, ਕੱਲ ਸ਼ਾਮ ਨੂੰ ਤੁਸੀਂ ਆਪਣੇ ਪੇਕੇ ਘਰ ਜਾ ਕੇ ਤੋਹਫੇ ਦੇ ਆਇਓ। ਤੁਸੀਂ ਦੋਵੇਂ ਹੁਣ ਆਰਾਮ ਕਰ ਲਓ। ਗੁਰੀ ਕੱਲ ਨੂੰ ਬੈਂਕ ਜਾਣਾ ਹੈ। ਪ੍ਰੀਤੀ, ਤੁਸੀਂ ਕੱਲ ਦਾ ਨਾਸ਼ਤਾ ਤਿਆਰ ਕਰਨਾ ਹੈ, ਮੈਂ ਪਹਿਲੀ ਤਿਆਰੀ ਕਰ ਦਿਆਂਗੀ। ਸਵੇਰੇ ਮੈਂ ਆਵਾਜ਼ ਲਗਾਈ, ਪ੍ਰੀਤੀ। ਉਹ ਨਾਈਟੀ ਬਦਲ ਕੇ, ਸੂਟ ਪਾ ਕੇ, ਦੰਦਾਂ ਨੂੰ ਬੁਰਸ਼ ਕਰਕੇ, ਬਹੁਤ ਸਮਾਂ ਲਗਾ ਕੇ ਫਿਰ ਹੌਲੀ ਗੀਤ ਗਾਉਂਦੀ ਆਈ। ਮੈਂ ਉਸਨੂੰ ਜਲਦੀ ਕੰਮ ਕਰਨ ਦੀ ਸਲਾਹ ਦਿੰਦੀ ਰਹੀ। ਅਗਲੇ ਦਿਨ ਉਸਨੇ ਫਰਾਈਡ ਰਾਈਸ ਤੇ ਪਨੀਰ ਬਣਾਉਣਾ ਸੀ। ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਜਦੋਂ ਮੈਂ ਉਸਨੂੰ ਬੁਲਾਇਆ ਤਾਂ ਦੇਖਿਆ ਕਿ ਉਹ ਘਰ ਵਿੱਚ ਕਿਤੇ ਨਹੀਂ ਸੀ ਅਤੇ ਅਚਾਨਕ ਹੱਥ ਵਿੱਚ ਡੱਬਾ ਲੈ ਕੇ ਹੇਠਾਂ ਆ ਰਹੀ ਸੀ। ਮੈਂ ਕਿਹਾ, ਪ੍ਰੀਤੀ, ਕਦੋਂ ਤੱਕ ਕੁਝ ਸਿੱਖਣ ਦੀ ਬਜਾਏ ਡੱਬਾ ਲਿਆਉਂਦੀ ਰਹੇਂਗੀ? ਹੁਣ ਇਹ ਸਭ ਛੱਡ ਦਿਓ। ਪਰ ਪ੍ਰੀਤੀ ਨੇ ਮੇਰੀ ਇੱਕ ਨਾ ਸੁਣੀ। ਉਸਦਾ ਆਪਣੇ ਮਾਤਾ ਪਿਤਾ ਨਾਲ ਲੈਣ ਦੇਣ ਛੱਤ ਤੇ ਚੱਲਦਾ ਰਿਹਾ। ਕਦੇ ਉਹ ਛੋਲੇ ਭਟੂਰੇ ਸਮੋਸੇ ਦਾ ਡੱਬਾ ਲੈ ਕੇ ਆਪਣੇ ਕਮਰੇ ਵਿੱਚ ਜਾਂਦੀ ਅਤੇ ਖਾਣਾ ਖਾਣ ਤੋਂ ਬਾਅਦ ਡੱਬਾ ਵਾਪਸ ਕਰ ਆਉਂਦੀ। ਜੇ ਉਸਦਾ ਪੇਟ ਭਰਿਆ ਹੁੰਦਾ ਤਾਂ ਉਸਨੂੰ ਖਾਣਾ ਪਕਾਉਣ ਵਿੱਚ ਘੱਟ ਦਿਲਚਸਪੀ ਹੁੰਦੀ। ਇੱਕ ਦਿਨ ਐਵੇਂ ਹੀ ਮੈਂ ਪ੍ਰੀਤੀ ਨਾਲ ਉਸਦੇ ਘਰ ਗਈ। ਮੈਂ ਗੱਲਾਂ 'ਚ ਕਿਹਾ ਕਿ ਤੁਸੀਂ ਪ੍ਰੀਤੀ ਨੂੰ ਕੰਮ ਕਰਨਾ ਨਹੀਂ ਸਿਖਾਇਆ। ਉਸਦੀ ਮਾਂ ਨੇ ਕਿਹਾ ਕਿ ਇਹ ਪੜ੍ਹਾਈ ਕਰਦੀ ਰਹੀ ਤੇ ਵੈਸੇ ਵੀ ਇਹਦੀ ਰੁਚੀ ਘੱਟ ਸੀ। ਕੋਈ ਸਮੱਸਿਆ ਨਹੀਂ ਹੈ, ਜੋ ਵੀ ਪ੍ਰੀਤੀ ਨੂੰ ਖਾਣ 'ਚ ਪਸੰਦ ਹੁੰਦਾ, ਜੇ ਇਹ ਘਰ ਵਿੱਚ ਬਣਾਇਆ ਗਿਆ ਹੋਵੇ ਤਾਂ ਮੈਂ ਉਸਨੂੰ ਦੇ ਆਉਂਦੀ ਹਾਂ। ਬਾਕੀ ਹੌਲੀ ਸਭ ਕੁਝ ਸਿੱਖ ਲਵੇਗੀ। ਹੌਲੀ ਰੁਚੀ ਪੈਦਾ ਹੋ ਜਾਵੇਗੀ, ਫਿਰ ਇਹ ਨਿਰਭਰ ਹੋ ਜਾਵੇਗੀ। ਇੱਦਾਂ ਤਾਂ ਭੈਣ ਜੀ ਇਹਨੇ ਕਦੇ ਨਹੀਂ ਸਿੱਖਣਾ। ਤੁਸੀਂ ਬਹੁਤ ਅੱਗੇ ਦੀ ਸੋਚ ਰਹੇ ਹੋ। ਇੱਕ ਮਾਂ ਵਾਂਗ ਸੋਚੋ, ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਕੁਝ ਗਲਤ ਨਹੀਂ ਹੋ ਰਿਹਾ, ਪ੍ਰੀਤੀ ਦੀ ਮਾਂ ਨੇ ਕਿਹਾ। ਚਿੰਤਾ ਨਾ ਕਰੋ, ਹਰ ਔਰਤ ਵਿੱਚ ਇਹ ਗੁਣ ਜ਼ਰੂਰੀ ਹੈ, ਨਹੀਂ ਤਾਂ ਉਹ ਉਸ ਪਰਿਵਾਰ ਵਿੱਚ ਸ਼ਾਮਿਲ ਨਹੀਂ ਹੋ ਸਕੇਗੀ। ਮੈਂ ਪ੍ਰੀਤੀ ਨੂੰ ਸਮਝਾਵਾਂਗੀ। ਕੁਝ ਦਿਨ ਬਾਅਦ ਪ੍ਰੀਤੀ ਨੂੰ ਸਕੂਲ ਵਿੱਚ ਨੌਕਰੀ ਮਿਲ ਗਈ। ਹੁਣ ਉਹ ਵੀ ਗੁਰੀ ਨਾਲ ਟਿਫਨ ਲੈ ਕੇ ਬਾਹਰ ਜਾਂਦੀ। ਦੁਪਹਿਰ ਨੂੰ ਮੈਂ ਖਾਣਾ ਬਣਾਉਂਦੀ, ਮੇਰੇ ਵੱਲੋਂ ਪਰੋਸਿਆ ਖਾਣਾ ਖਾਂਦੀ, ਸ਼ਾਮ ਦੀ ਚਾਹ ਪੀ ਕੇ ਸੌਂ ਜਾਂਦੀ। ਫਿਰ ਉੱਠ ਕੇ ਖਾਣੇ ਦੀ ਤਿਆਰੀ ਬਾਰੇ ਕਹਿੰਦੀ, ਪਰ ਨਿਸ਼ਚਿਤ ਤੌਰ ਤੇ ਸਿਰਫ ਰੋਟੀਆਂ ਬਣਾਉਂਦੀ। ਕਈ ਵਾਰ ਉਹ ਰਾਇਤਾ ਆਦਿ ਬਣਾਉਂਦੀ। ਜਦੋਂ ਸਬਜ਼ੀ ਬਣਾਉਂਦੀ ਤਾਂ ਮਨ ਹੀ ਖਰਾਬ ਕਰ ਦਿੰਦੀ।
ਜੇ ਮੈਂ ਇੱਕ ਵਾਰ ਸ਼ਿਕਾਇਤ ਕੀਤੀ ਤਾਂ ਸਾਰੇ ਮੈਨੂੰ ਸਨ, ਜਿਵੇਂ ਬਣਾਉਂਦੀ ਹੈ ਖਾ ਲਓ, ਪੇਟ ਵਿੱਚ ਸਭ ਇੱਕ ਹੋ ਜਾਣਾ। ਪ੍ਰੀਤੀ ਗੁੱਸੇ ਵਿੱਚ ਮੈਨੂੰ ਕਹਿੰਦੀ, ਮੈਂ ਰੋਟੀਆਂ ਬਣਾਵਾਂਗੀ, ਮੈਂ ਸਲਾਦ ਕੱਟਾਂਗੀ, ਮੇਰੇ ਹੱਥਾਂ ਦੀ ਬਣੀ ਬਾਕੀ ਸਬਜ਼ੀ ਤੁਹਾਨੂੰ ਪਸੰਦ ਨਹੀਂ ਆਵੇਗੀ, ਸੋ ਸਬਜ਼ੀ ਤੁਸੀਂ ਹੀ ਬਣਾ ਲਓ। ਹੁਣ ਮੈਂ ਘਰ ਵਿੱਚ ਮੁਫਤ ਨੌਕਰਾਣੀ ਬਣ ਕੇ ਰਹਿ ਗਈ ਸੀ। ਤਿੰਨੇ ਸਮੇਂ ਭੋਜਨ ਦਾ ਪ੍ਰਬੰਧ, ਸਫਾਈ ਅਤੇ ਘਰ ਦੀ ਸਜਾਵਟ ਸਭ ਮੇਰੇ ਹਿੱਸੇ ਆ ਗਿਆ। ਘਰ ਵਿੱਚ ਕਿਸੇ ਹੋਰ ਔਰਤ ਦੇ ਆਉਣ ਨਾਲ ਮੇਰੀ ਉਮੀਦ ਬਣੀ ਸੀ ਕਿ ਸ਼ਾਇਦ ਮੇਰੀ ਮਦਦ ਕਰੇ, ਪਰ ਪ੍ਰੀਤੀ ਕਦੇ ਸਿਰ ਦਰਦ ਕਦੇ ਪਿੱਠ ਦਰਦ ਦੇ ਬਹਾਨੇ ਪਈ ਰਹਿੰਦੀ ਸੀ। ਕੁਝ ਦਿਨਾਂ ਬਾਅਦ ਛੱਤ ਤੇ ਕੱਪੜੇ ਸੁਕਾਉਂਦੇ ਹੋਏ ਪ੍ਰੀਤੀ ਆਪਣੀ ਭਾਬੀ ਨਾਲ ਗੱਲ ਕਰਦੀ ਸੀ ਕਿ ਪ੍ਰੀਤੀ ਨੇ ਗੁਰੀ ਨਾਲ ਕਿਤੇ ਹੋਰ ਰਹਿਣ ਦੀ ਯੋਜਨਾ ਬਣਾ ਲਈ ਹੈ, ਜਿੱਥੇ ਗੁਰੀ ਦਾ ਬੈਂਕ ਨੇੜੇ ਹੈ। ਗੁਰੀ ਵੀ ਇਸ ਫੈਸਲੇ ਤੋਂ ਪੂਰਾ ਸੰਤੁਸ਼ਟ ਹੈ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਸੋਚਿਆ ਮੈਂ ਆਪ ਗੁਰੀ ਨੂੰ ਕੁਝ ਨਹੀਂ ਕਹਿਣਾ। ਵੇਖਦੀ ਹਾਂ ਮਾਂ ਦਾ ਕਿੰਨਾ ਖਿਆਲ ਇਹਨੂੰ। ਮੈਂ ਇੱਕ ਆਦਰਸ਼ ਸੱਸ ਬਣਨ ਤੋਂ ਅਸਮਰਥ ਸੀ, ਇਸ ਲਈ ਮੈਂ ਕੁਝ ਕਹਿਣਾ ਵੀ ਬੰਦ ਕਰ ਦਿੱਤਾ। ਕੁਝ ਸਮਾਂ ਬੀਤਣ ਤੋਂ ਬਾਅਦ ਪ੍ਰੀਤੀ ਦਾ ਚਹਿਲ ਪਹਿਲ, ਹੁੱਲੜਬਾਜੀ ਸਭ ਬੰਦ ਹੋ ਗਿਆ ਸੀ। ਉਹ ਕੁਝ ਨਾ ਕੁਝ ਸੋਚਦੀ ਰਹਿੰਦੀ ਸੀ। ਉਸਨੇ ਆਪਣੇ ਪੇਕਿਆਂ ਤੋਂ ਟਿਫਨ ਲਿਆਉਣ ਦਾ ਕੰਮ ਵੀ ਬੰਦ ਕਰ ਦਿੱਤਾ ਸੀ। ਸਾਰਾ ਖਾਣਾ ਤਿਆਰ ਕਰਨ ਵਿੱਚ ਮਦਦ ਕਰਦੀ, ਦੁਪਹਿਰ ਨੂੰ ਦਾਲ ਅਤੇ ਚੌਲ ਬਣਾਉਂਦੀ ਤੇ ਸ਼ਾਮ ਨੂੰ ਛੇਤੀ ਸੌਂ ਕੇ ਉਠਾਉਂਦੀ ਤੇ ਰਾਤ ਦਾ ਖਾਣਾ ਤਿਆਰ ਕਰਦੀ। ਪ੍ਰੀਤੀ ਉਦਾਸ ਚਿਹਰੇ ਨਾਲ ਮੇਰੇ ਕੋਲ ਖੜੀ ਹੁੰਦੀ, ਸਕੂਲ ਦਾ ਕੰਮ ਕਰਦੀ, ਖਾਣਾ ਬਣਾਉਂਦੀ। ਮੈਨੂੰ ਰਸੋਈ ਵਿੱਚ ਦੇਖਦਿਆਂ ਹੀ ਪ੍ਰੀਤੀ ਪਹੁੰਚ ਜਾਂਦੀ, ਤੁਸੀਂ ਆਰਾਮ ਕਰੋ। ਮੈਂ ਉਸ ਵਿੱਚ ਆਈ ਸਕਾਰਾਤਮਕ ਤਬਦੀਲੀ ਦੇਖ ਕੇ ਹੈਰਾਨ ਰਹਿ ਗਈ। ਪ੍ਰੀਤੀ ਪੁੱਛਦੀ ਕਿ ਸਬਜ਼ੀ ਕਿਵੇਂ ਦੀ ਬਣੀ। ਰੋਜ਼ ਉਸਦੇ ਖਾਣੇ 'ਚ ਤਬਦੀਲੀ ਵੇਖ ਮੈਂ ਉਸਦਾ ਹੌਸਲਾ ਵਧਾਉਂਦੀ। ਮੇਰੀ ਉਤਸੁਕਤਾ ਵੱਧ ਗਈ ਕਿ ਇਹਨਾਂ ਨੇ ਤਾਂ ਘਰ ਛੱਡ ਕੇ ਜਾਣਾ ਸੀ, ਆਖਰ ਗੱਲ ਕੀ ਹੋਈ? ਨੂੰਹ ਤਾਂ ਸੁਧਰ ਗਈ। ਇੱਕ ਦਿਨ ਜਦੋਂ ਪ੍ਰੀਤੀ ਸਕੂਲ ਗਈ ਤਾਂ ਕੀ ਮਾਮਲਾ ਹੈ, ਗੁਰੀ ਨੂੰ ਪੁੱਛਿਆ। ਉਹ ਕੁੜੀ ਜਿਸ ਨੂੰ ਮੈਂ ਸਮਝਾਉਂਦੀ ਦੱਸਦੀ ਥੱਕ ਗਈ ਸੀ, ਉਹ ਅਚਾਨਕ ਇੰਨੀ ਕਿਉਂ ਤੇ ਕਿਵੇਂ ਬਦਲ ਗਈ? ਗੁਰੀ ਨੇ ਦੱਸਿਆ ਉਸਨੂੰ ਕੋਈ ਪਰਿਵਾਰਕ ਸਮੱਸਿਆ ਹੈ। ਉਸਦੀ ਭਾਬੀ ਤੇ ਭਰਾ ਛੱਡ ਕੇ ਜਾ ਰਹੇ ਨੇ। ਉਸਦਾ ਭਰਾ ਇਕਲੌਤਾ ਕਮਾਉਂਦਾ ਸੀ। ਹੁਣ ਪ੍ਰੀਤੀ ਨੂੰ ਆਪਣੇ ਮੰਮੀ ਡੈਡੀ ਦੀ ਚਿੰਤਾ ਹੈ ਕਿ ਉਹਨਾਂ ਦਾ ਕੀ ਬਣੂ। ਜਦੋਂ ਪ੍ਰੀਤੀ ਨੇ ਭਾਬੀ ਨੂੰ ਸਮਝਾਇਆ ਤਾਂ ਉਸਨੇ ਕਿਹਾ ਕਿ ਤੂੰ ਆਪਣੇ ਸਹੁਰੇ ਘਰ ਕੀ ਕਰ ਰਹੀ ਹੈ, ਜੋ ਮੈਂ ਇੱਥੇ ਕਰਾਂ ਤਾਂ ਤੈਨੂੰ ਗਲਤ ਲੱਗ ਰਿਹਾ ਹੈ। ਪ੍ਰੀਤੀ ਦੀ ਮਾਂ ਦਿਨ ਰਾਤ ਰੋਂਦੀ ਰਹਿੰਦੀ ਹੈ, ਇਸ ਲਈ ਪ੍ਰੀਤੀ ਬਹੁਤ ਪਰੇਸ਼ਾਨ ਹੈ। ਉਸਨੇ ਮਨਾ ਕੀਤਾ ਕਿ ਤੁਹਾਨੂੰ ਨਾ ਦੱਸੇ। ਉਸਦੇ ਮਾਤਾ ਪਿਤਾ ਇਕੱਲੇ ਕਿਵੇਂ ਰਹਿਣਗੇ, ਘਰ ਦੇ ਖਰਚੇ ਕਿਵੇਂ ਹੋਣਗੇ, ਇਹ ਸੋਚ ਕੇ ਉਹ ਬਹੁਤ ਪਰੇਸ਼ਾਨ ਹੈ। ਮੈਂ ਸਮਝ ਗਈ ਕਿ ਪ੍ਰੀਤੀ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਜਦੋਂ ਉਸਦੀ ਭਰਜਾਈ ਨੇ ਉਹੀ ਕੀਤਾ। ਪ੍ਰੀਤੀ ਹੁਣ ਖੁਦ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਨ ਲੱਗੀ, ਜਿਸ ਨਾਲ ਮੈਨੂੰ ਪ੍ਰੀਤੀ ਨਾਲ ਹਮਦਰਦੀ ਮਹਿਸੂਸ ਹੋਈ। ਮੈਂ ਉਸ ਨਾਲ ਇਹੋ ਜਿਹੀਆਂ ਸਾਰੀਆਂ ਗੱਲਾਂ ਕਰਨ ਲੱਗ ਪਈ। ਜਦੋਂ ਉਸਨੇ ਮੈਨੂੰ ਪੇਕਿਆਂ ਬਾਰੇ ਦੱਸਿਆ ਤਾਂ ਮੈਂ ਉਸਨੂੰ ਸਮਝਾਇਆ ਕਿ ਇਹ ਸਭ ਕੁਝ ਦਿਨਾਂ ਲਈ ਮੁਸ਼ਕਿਲ ਹੈ, ਕੁੜੱਤਣ ਘੱਟ ਹੋਣ ਤੇ ਸਭ ਠੀਕ ਹੋ ਜਾਵੇਗਾ। ਉਸਨੇ ਕਿਹਾ, ਨਹੀਂ ਮਾਂ, ਭਾਬੀ ਨੇ ਗੱਲ ਕਰਨੀ ਸਭ ਬੰਦ ਕਰ ਦਿੱਤੀ ਹੈ। ਘਰ ਤਾਂ ਤਨਖਾਹ ਤੇ ਹੀ ਚੱਲਦਾ ਹੈ। ਭਾਬੀ ਮੈਨੂੰ ਆਪਣੇ ਦੋਵਾਂ ਬੱਚਿਆਂ ਵਾਂਗ ਸਮਝਦੀ ਸੀ, ਇਸੇ ਲਈ ਮੈਂ ਛੇਤੀ ਵਿਆਹ ਕਰਵਾ ਲਿਆ ਕਿ ਮੈਨੂੰ ਮੰਮੀ ਡੈਡੀ ਦੀ ਕੋਈ ਚਿੰਤਾ ਨਹੀਂ ਹੋਈ। ਹੁਣ ਪਤਾ ਨਹੀਂ ਕਿਉਂ ਉਹਦੇ ਅੰਦਰ ਇੰਨੀ ਤਬਦੀਲੀ ਆ ਗਈ। ਉਹ ਮੈਨੂੰ ਤਾਨੇ ਮਾਰਦੀ ਰਹਿੰਦੀ ਹੈ। ਪ੍ਰੀਤੀ ਰੋਣ ਲੱਗ ਗਈ ਤੇ ਮੈਨੂੰ ਜੱਫੀ ਪਾ ਲਈ। ਮਾਂ, ਮੈਂ ਵੀ ਇਸ ਘਰ ਪ੍ਰਤੀ ਅਤੇ ਤੁਹਾਡੇ ਸਾਰਿਆਂ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਇਆ। ਮੈਂ ਸੋਚ ਨਹੀਂ ਸਕਦੀ ਸੀ ਕਿ ਜੋ ਕੁਝ ਮੈਂ ਆਪਣੀ ਭਾਬੀ ਨੂੰ ਕਰਨ ਤੋਂ ਰੋਕ ਰਹੀ ਹਾਂ, ਮੈਂ ਤੁਹਾਡੇ ਸਾਰਿਆਂ ਨਾਲ ਵੀ ਇਹੀ ਕਰਨ ਲੱਗੀ ਸੀ। ਹੁਣ ਉਹ ਸਭ ਕੁਝ ਸਮਝਣ ਲੱਗੀ ਹੈ। ਮੈਂ ਉਸਨੂੰ ਸ਼ਾਂਤ ਕੀਤਾ। ਹੁਣ ਮੈਂ ਆਪਣੇ ਪੁੱਤਰ ਅਤੇ ਨੂੰਹ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੀ ਹਾਂ। ਅੱਧੇ ਮਹੀਨੇ ਬਾਅਦ ਮੈਂ ਸੁਣਿਆ ਕਿ ਪ੍ਰੀਤੀ ਦੇ ਪੇਕੇ ਸਭ ਕੁਝ ਠੀਕ ਹੈ। ਪ੍ਰੀਤੀ ਦੀ ਭਾਬੀ ਨੇ ਆਪਣੀ ਜ਼ਿੱਦ ਛੱਡ ਦਿੱਤੀ ਹੈ। ਪਰ ਇੱਕ ਦਿਨ ਮੈਂ ਛੱਤ ਤੇ ਪ੍ਰੀਤੀ ਦੀ ਭਾਬੀ ਤੇ ਉਸਦੀ ਸੱਸ ਨੂੰ ਖੂਬ ਹੱਸਦੇ ਦੇਖਿਆ। ਮੈਂ ਕੋਲ ਚਲੀ ਗਈ ਤੇ ਪਿਆਰ ਨਾਲ ਕਿਹਾ, ਏਦਾਂ ਹੀ ਹੱਸਦੀਆਂ ਰਹੋ, ਚੰਗਾ ਲੱਗਦਾ ਹੈ। ਪ੍ਰੀਤੀ ਦੀ ਭਾਬੀ ਨੇ ਨੇੜੇ ਬੁਲਾਇਆ ਤੇ ਕਿਹਾ ਕਿ ਸਾਡੇ ਪਰਿਵਾਰ ਵਿੱਚ ਕੁਝ ਵੀ ਗਲਤ ਨਹੀਂ ਸੀ। ਮੈਂ ਅਤੇ ਮੇਰੀ ਸੱਸ ਨੇ ਮਿਲ ਕੇ ਘਰੇਲੂ ਕਲੇਸ਼ ਦਾ ਡਰਾਮਾ ਕੀਤਾ ਸੀ। ਮੈਂ ਅਜਿਹਾ ਇਸ ਲਈ ਕੀਤਾ ਤਾਂ ਜੋ ਪ੍ਰੀਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਸਕੇ। ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਸਮਝ ਨਹੀਂ ਆਉਂਦੀ ਧੀਏ, ਤੁਹਾਡਾ ਧੰਨਵਾਦ ਕਿੰਝ ਕਰਾਂ। ਤੂੰ ਮੇਰੇ ਘਰ ਦੀ ਖੁਸ਼ੀ ਲਈ ਆਪਣੇ ਆਪ ਨੂੰ ਮਾੜਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਗੱਲ ਨਹੀਂ ਆਂਟੀ, ਮੇਰੀ ਸੱਸ ਤੇ ਸਹੁਰਾ ਸਭ ਕੁਝ ਜਾਣਦੇ ਸਨ। ਪ੍ਰੀਤੀ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।